ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ। ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ। ਅਕਾਲੀ ਦਲ ਤੇ ਭਾਜਪਾ ਤੇ ਲਗਾਏ ਕਈ ਤਰ੍ਹਾਂ ਦੇ ਆਰੋਪ। ਹੁਣ ਨਵਜੋਤ ਸਿੰਘ ਸਿੱਧੂ ਪਹੁੰਚੇ ਹਾਈ ਕੋਰਟ, ਨਿਸ਼ਾਨੇ ਤੇ ਇਨਕਮ ਟੈਕਸ ਡਿਪਾਰਟਮੈਂਟ। ਤੇ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ। ਇਨਸਾਫ ਦਾ ਦਵਾਇਆ ਭਰੋਸਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਪੰਜਾਬ ਦੇ ਵਿੱਚ ਚੁਣਾਵੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਪੱਕਿਆ ਹੋਇਆ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਚੁਣਾਵ ਦੇ ਮਾਹੌਲ ਦੇ ਵਿੱਚ ਵੋਟ ਬੈਂਕ ਮਜ਼ਬੂਤ ਕੀਤਾ ਜਾਵੇ। ਇਸੇ ਦੇ ਚੱਲਦੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਕਈ ਤਰ੍ਹਾਂ ਦੇ ਆਰੋਪ ਵੀ ਲਗਾਏ। हम 2017 से एक बात कह रहे हैं कि 17 के चुनाव में आम आदमी पार्टी को रोकने के लिए सारी पार्टियां एक हो गईं, अकाली दल, भाजपा, कांग्रेस। और आज इस बात का सबूत खुद अकाली दल के राज्यसभा एमपी नरेश गुजराल साहब ने दे दिया है। उन्होंने एक न्यूज़ चैनल को दिए एक्सक्लूसिव इंटरव्यू में ये कहा है कि आम आदमी पार्टी को 17 का चुनाव जीतने से रोकने के लिए बीजेपी ने अपना सारा वोट कांग्रेस को ट्रांसफर किया। अकाली दल को कहा कि अपना सारा वोट कांग्रेस को ट्रांसफर कर दो। इस पोजीशन में है कि आम आदमी पार्टी को चुनौती दे सके। आम आदमी पार्टी किसी भी हालत में, किसी भी सूरत में जीतनी नहीं चाहिए और कांग्रेस को, कैप्टन अमरिंदर को चुनाव जिताने में नरेंद्र मोदी जी का और बीजेपी का 17 के चुनाव में सबसे बड़ा योगदान था। हम तो ये बात पिछले 5 साल से कह रहे हैं, लेकिन आज अकाली दल के राज्यसभा सांसद और कद्दावर नेता, बड़े नेता नरेश गुजराल साहब ने यह बात खुद बोली भी है, कबूली भी है। कैप्टन और मोदी साहब एक ही हैं। यहां तक कि कैप्टन साहब जब दिल्ली भी जाते हैं तो अमित शाह से मिलते हैं, नरेंद्र मोदी से मिलते हैं, सोनिया गांधी से नहीं मिलते, राहुल गांधी से नहीं मिलते। मोदी और कैप्टन की मैच फिक्सिंग हुई और उसी के चलते आज पंजाब की हालत है। ਗੱਲ ਕਰਦੇ ਨਵਜੋਤ ਸਿੰਘ ਸਿੱਧੂ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਹਾਈ ਕੋਰਟ ਪਹੁੰਚੇ ਨੇ ਤੇ ਇਸ ਵਾਰ ਉਹਨਾਂ ਦੇ ਨਿਸ਼ਾਨੇ ਤੇ ਇਨਕਮ ਟੈਕਸ ਡਿਪਾਰਟਮੈਂਟ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਜੁਆਇੰਟ ਕਮਿਸ਼ਨਰ ਨੇ ਕੁਝ ਸਮੇਂ ਪਹਿਲਾਂ ਉਹਨਾਂ ਦੀ ਰਿਵੀਜ਼ਨ ਨੂੰ ਖਾਰਿਜ ਕਰ ਦਿੱਤਾ। ਉਹਨਾਂ ਦੇ ਇਸੇ ਆਦੇਸ਼ ਨੂੰ ਸਿੱਧੂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ। ਫਿਲਹਾਲ ਹਾਈ ਕੋਰਟ ਨੇ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਇਸ ਯਾਚਿਕਾ ਦੀ ਸੁਣਵਾਈ ਨੂੰ 27 ਜੁਲਾਈ ਤੱਕ ਸਥਗਿਤ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 2016-17 ਵਿੱਚ ਆਪਣੀ ਇਨਕਮ ਟੈਕਸ ਰਿਟਰਨ ਭਰਦੇ ਹੋਏ ਸਿੱਧੂ ਨੇ ਆਪਣੀ ਇਨਕਮ 9 ਕਰੋੜ 66 ਲੱਖ 28 ਹਜ਼ਾਰ 470 ਰੁਪਏ ਦੱਸੀ ਸੀ, ਪਰ ਇਨਕਮ ਟੈਕਸ ਨੇ ਉਹਨਾਂ ਦੀ ਇਨਕਮ 13 ਕਰੋੜ 19 ਲੱਖ 66 ਹਜ਼ਾਰ 530 ਰੁਪਏ ਦੱਸੀ। ਇਸ ਰਿਟਰਨ ਨੂੰ ਉਹਨਾਂ ਨੇ 19 ਅਕਤੂਬਰ 2016 ਨੂੰ ਫਾਈਲ ਕੀਤਾ ਸੀ, ਪਰ ਇਨਕਮ ਟੈਕਸ ਵਿਭਾਗ ਨੇ 13 ਮਾਰਚ 2019 ਨੂੰ ਉਹਨਾਂ ਦੀ ਇਨਕਮ ਵਿੱਚ 3 ਕਰੋੜ 53 ਲੱਖ 38 ਹਜ਼ਾਰ 67 ਰੁਪਏ ਹੋਰ ਜੋੜ ਦਿੱਤੇ। ਉਧਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਪਹੁੰਚੀ। ਲਵਪ੍ਰੀਤ ਉਹੀ ਵਿਅਕਤੀ ਹੈ ਜਿਸ ਦੇ ਨਾਲ ਧੋਖਾ ਹੋਇਆ ਸੀ। ਕੈਨੇਡਾ ਆਪਣੀ ਪਤਨੀ ਨੂੰ ਭੇਜਿਆ ਸੀ, ਪਰ ਬਾਅਦ ਦੇ ਵਿੱਚ ਬਦਲੇ ਦੇ ਵਿੱਚ ਉਸ ਨੂੰ ਧੋਖਾ ਮਿਲਿਆ ਸੀ ਤੇ ਮਨੀਸ਼ਾ ਗੁਲਾਟੀ ਜਦੋਂ ਉਸ ਦੇ ਪਰਿਵਾਰ ਨੂੰ ਮਿਲਣ ਪਹੁੰਚੀ ਤਾਂ ਉਸਨੇ ਪੂਰਾ ਭਰੋਸਾ ਦਿਵਾਇਆ ਹੈ ਕਿ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ।
ਬਰਨਾਲਾ 'ਚ ਕਸਬਾ ਧਨੌਲਾ ਦੇ ਗੋਬਿੰਦਪੁਰਾ ਦੀ ਲਵਪ੍ਰੀਤ ਸਿੰਘ ਦੀ ਮੌਤ ਦਾ ਮੁੱਦਾ ਪਿਛਲੇ ਕਈ ਦਿਨਾਂ ਤੋਂ ਗਰਮਾਉਂਦਾ ਜਾ ਰਿਹਾ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਲਵਪ੍ਰੀਤ ਦੀ ਮੌਤ ਉਸ ਦੇ ਕੈਨੇਡਾ ਗਈ ਪਤਨੀ ਵੱਲੋਂ ਧੋਖਾ ਦੇਣ ਕਾਰਨ ਹੋਈ ਹੈ। ਉੱਥੇ ਹੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ ਪਹੁੰਚੀ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ। ਮਨੀਸ਼ਾ ਗੁਲਾਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਵਿਦੇਸ਼ ਜਾਣ ਦੇ ਨਾਂ ਤੇ ਕੰਟਰੈਕਟ ਵਿਆਹਾਂ ਦਾ ਗਲਤ ਰੁਝਾਨ ਪੈਦਾ ਹੋ ਗਿਆ ਹੈ। ਲਵਪ੍ਰੀਤ ਮਾਮਲਾ ਵੀ ਇਹੋ ਲੱਗਦਾ ਹੈ। ਉੱਥੇ ਉਹਨਾਂ ਕਿਹਾ ਕਿ ਲਵਪ੍ਰੀਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੇਕਰ ਉਸ ਦੀ ਪਤਨੀ ਆਰੋਪੀ ਪਾਈ ਗਈ ਤਾਂ ਉਸ ਦੀ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਉਸ ਨੂੰ ਕੈਨੇਡਾ ਤੋਂ ਵਾਪਸ ਭਾਰਤ ਵੀ ਆਉਣਾ ਪਵੇਗਾ। ਇੱਕ ਜਿਹੜਾ ਇਹ ਪੰਜਾਬ ਵਿੱਚ ਨਵਾਂ ਦਰਦ ਉੱਭਰ ਰਿਹਾ, ਮੈਂ ਇਹਨੂੰ ਵਧਣ ਨਹੀਂ ਦਵਾਂਗੀ ਜਦ ਤੱਕ ਇਸ ਮੈਂ ਸੀਟ ਤੇ ਵਾਂ, ਕਿਉਂਕਿ ਜਦੋਂ ਮੈਂ 2018 ਚ ਵਿਮਨ ਕਮਿਸ਼ਨ ਜੁਆਇਨ ਕੀਤਾ ਸੀ ਉਦੋਂ ਔਨ ਰਿਕਾਰਡ ਹਜ਼ਾਰਾਂ ਚ ਬੱਚੇ ਸੀ, ਹਜ਼ਾਰਾਂ ਚ ਕੁੜੀਆਂ ਨੇ, ਅੱਜ ਦੀ ਕੁੜੀਆਂ ਨਾਲ ਧੋਖੇ ਹੋ ਰਹੇ ਨੇ। ਬਟ ਹੁਣ ਜਿਹੜਾ ਨਵਾਂ ਕੰਮ ਸ਼ੁਰੂ ਹੋ ਗਿਆ ਕੰਟਰੈਕਟ ਬੇਸਿਸ ਤੇ ਮੈਰਿਜ ਜਾਂ ਫੈਮਿਲੀ ਦੇ ਨਾਲ ਐਗਰੀਮੈਂਟ ਇਹਨਾਂ ਦਾ ਜਿਹੜਾ ਹੋ ਜਾਂਦਾ, ਮੁੰਡੇ ਵਾਲੇ ਪੈਸਾ ਲਾ ਕੇ ਕੁੜੀਆਂ ਨੂੰ ਆਈਲੈਟਸ ਕਲੀਅਰ ਕਰਾ ਕੇ ਬਾਹਰ ਭੇਜਦੀਆਂ ਨੇ, ਜੋ ਲਵਪ੍ਰੀਤ ਦੇ ਕੇਸਿਸ ਹੋਇਆ, ਬੱਚੇ ਨੇ ਸੁਸਾਈਡ ਕਰ ਲਿਆ। ਇਹ ਨੰਬਰਸ ਨੂੰ ਆਪਾਂ ਰੋਕਾਂਗੇ ਹਰ ਹਾਲ ਵਿੱਚ। ਇੰਨੀ ਸਾਰੀ ਸ਼ਿਕਾਇਤਾਂ ਮੈਨੂੰ ਇੱਥੇ ਦੇ ਦਿੱਤੀਆਂ ਨੇ। ਗਹਿਨ ਇਨਵੈਸਟੀਗੇਸ਼ਨ ਹੋਏਗੀ, ਜੋ ਵੀ ਦੋਸ਼ੀ ਪਾਇਆ ਗਿਆ ਛੱਡਿਆ ਨਹੀਂ ਜਾਏਗਾ, ਇਹ ਪੱਕਾ। ਤੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਮੈਂ ਪਰਿਵਾਰ ਉਜੜਨ ਨਹੀਂ ਦਾਂਗੀ। ਦੇਖੋ ਇਹ ਕਾਨੂੰਨ ਦਾ ਇੱਕ ਸਾਡੀ ਇਨਵੈਸਟੀਗੇਸ਼ਨ ਦਾ ਨਾ ਇੱਕ ਪ੍ਰੋਸੈਸ ਹੈ, ਦੂਜੇ ਧੜੇ ਨੂੰ ਸੁਣਨਾ ਹੀ ਸੁਣਨਾ ਮੈਂ, ਚਾਹੇ ਉਹ ਗਲਤ ਹੈ ਚਾਹੇ ਉਹ ਸਹੀ ਹੈ। ਲੜਕੀ ਨਾਲ ਕੱਲ ਗੱਲਬਾਤ ਕੀਤੀ, ਉਹਦੇ ਪੇਰੈਂਟਸ ਨਾਲ ਗੱਲਬਾਤ ਕੀਤੀ ਹੈ, ਕੁਝ ਕੁਐਸਚਨ ਮਾਰਕਸ ਨੇ, ਇਨਵੈਸਟੀਗੇਸ਼ਨ ਗਹਿਨ ਇਹਦੇ ਤੇ ਜ਼ਰੂਰਤ ਹੈ। ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਮੇਨ ਉਹ ਬਣੇਗਾ WhatsApp ਚੈਟ ਹੀ ਬਣੇਗੀ, ਜੇ ਉਹਦੇ 'ਚ ਪ੍ਰਵੋਕ ਕੀਤਾ ਗਿਆ, ਉਹਨੂੰ ਦੋਸ਼ੀ ਪਾਈ ਗਈ ਤੇ ਕੜੀ ਕਾਰਵਾਈ ਹੋਈ। ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕਰਾਂਗੀ, ਆਪਣੀ ਸਟੇਟ ਦੇ ਮੁਖੀ ਨਾਲ ਮੁਲਾਕਾਤ ਕਰਾਂਗੀ। ਉਹਨਾਂ ਦੇ ਧਿਆਨ 'ਚ ਆਲਰੇਡੀ ਮੈਟਰ ਹੈ ਸੀਐਮ ਸਾਹਿਬ ਦੇ, ਮੇਰੀ ਉਹਨਾਂ ਨਾਲ ਗੱਲ ਵੀ ਹੋਈ ਸੀ। ਬੜਾ ਸੰਜੀਦਾ ਮੁੱਦਾ ਹੈ, ਸਾਡੀ ਆਉਣ ਵਾਲੀ ਜਨਰੇਸ਼ਨ, ਸਾਡਾ ਯੂਥ ਹੈ, ਕੱਲਾ ਮਾਪਿਓ ਦਾ ਮੁੰਡਾ ਚਲਾ ਗਿਆ। ਇਸੇ ਤਰ੍ਹਾਂ ਹੀ ਬਹੁਤ ਸਾਰੇ ਪਰਿਵਾਰਾਂ ਦੇ ਕੱਲੇ ਬੱਚੇ ਨੇ, ਬਾਹਰ ਜਾਂਦਾ ਸੁਪਨਾ ਤੇ ਲੋਕੀ ਦੇਖ ਲੈਂਦੇ ਨੇ, ਮਾਪਿਓ ਵੀ ਦੇਖ ਲੈਂਦੇ ਨੇ, ਪਰ ਇਹਨਾਂ ਨੂੰ ਐਕਚੁਅਲੀ ਨਹੀਂ ਪਤਾ ਬਾਹਰ ਕਿੰਨੀ ਹਰਾਸਮੈਂਟ ਹੈ। ਸਾਡੇ ਬੱਚਿਆਂ ਨੂੰ ਰੇਸਿਜ਼ਮ ਫੇਸ ਕਰਨਾ ਪੈਂਦਾ ਬਾਹਰ ਦੇ ਕੰਟਰੀਜ਼ ਜਾ ਕੇ, ਹਰਾਸਮੈਂਟ ਫੇਸ ਕਰਨੀ ਪੈਂਦੀ, ਚਾਹੇ ਉਹ ਕੁੜੀ ਹੋਏ ਚਾਹੇ ਮੁੰਡਾ ਹੋ। ਬੱਚੇ ਆਪਣੇ ਪੇਰੈਂਟਸ ਨਾਲ ਡਿਸਕਸ ਹੀ ਨਹੀਂ ਕਰਦੇ ਇਹ ਚੀਜ਼, ਕਿਉਂਕਿ ਮੈਨੂੰ ਪਤਾ ਹੈ, ਮੇਰੇ ਨਾਲ ਬਹੁਤ ਸਾਰੇ ਲੋਕਾਂ ਨੇ ਸ਼ੇਅਰ ਕੀਤਾ ਹੈ। ਸਮਾਜ ਦੀ ਜਿਹੜੀ ਇੱਕ ਵਿਦੇਸ਼ ਜਾਣ ਦੀ ਲਲਕ ਹੈ ਨਾ, ਇਹਦੀ ਇੱਕ ਆਉਣ ਵਾਲੇ ਸਮੇਂ 'ਚ ਇੱਕ ਇਹੋ ਜਿਹੀ ਤਸਵੀਰ ਮੈਂ ਲੋਕਾਂ ਨੂੰ ਦਿਖਾਵਾਂਗੀ ਕਿ ਸ਼ਾਇਦ ਪੰਜਾਬ ਦੇ ਲੋਕਾਂ 'ਚ ਇੱਕ ਸੋਚ ਆਏਗੀ ਬਾਹਰ ਬੱਚਾ ਭੇਜਣ ਤੋਂ ਪਹਿਲਾਂ ਕਿ ਕਿਆ ਬਾਹਰ ਭੇਜਣਾ। ਮੈਂ ਕਹਿੰਦੀ ਇੱਥੇ ਘੱਟ ਖਾ ਲਓ, ਪਰ ਇਹ ਇੱਕ ਜਿਹੜਾ ਸੁਪਨਾ ਹੈ, ਜਾਂ ਤੇ ਇੰਡੀਪੈਂਡੈਂਟ ਬੱਚੇ ਨੂੰ ਹਾਈ ਕੁਆਲੀਫਾਈਡ ਕਰਕੇ ਇੱਕ ਅੱਛੀ ਨੌਕਰੀ ਤੇ ਭੇਜੋ, ਪਰ ਇਹ ਜਿਹੜਾ ਸ਼ਾਦੀ ਕਰਕੇ ਤੁਸੀਂ ਬੱਚਿਆਂ ਨੂੰ ਇਹ ਇੱਕਦਮ ਹੀ ਉਹਨਾਂ ਤੇ ਸਾਰਾ ਕੁਝ ਛੱਡ ਦਿੰਦੇ ਹੋ। ਕੁੜੀਆਂ ਨੂੰ ਬਾਹਰ ਬੈਂਡਸ ਦੇ ਚੱਕਰ 'ਚ ਜਿਹੜੀ ਐਡਵਰਟਾਈਜ਼ਮੈਂਟਸ ਆਉਂਦੀਆਂ ਨੇ, 5 ਬੈਂਡ ਹੋਣੇ ਚਾਹੀਦੇ ਨੇ। ਆਸਟ੍ਰੇਲੀਆ 'ਚ ਬੜਾ ਕੁਝ ਚੱਲ ਰਿਹਾ, ਐਡ ਨਿਕਲਦੀ ਪ੍ਰੋਪਰ ਕਿ ਜਿੰਦੇ 5 ਬੈਂਡ ਹੋਣ, ਤੇ ਇਹ ਸਭ ਸਿਸਟਮ ਬੰਦ, ਇਹਦੇ 'ਤੇ ਰੋਕ ਲਗਾਉਣ ਦੀ ਲੋੜ ਹੈ। ਭਾਰਤ ਸਰਕਾਰ ਨੂੰ ਵੀ ਅਪੀਲ ਹੈ, ਭਾਰਤ ਸਰਕਾਰ ਵੱਲੋਂ ਕਿ ਜਿਹੜੀ ਲਾਅ 'ਚ ਅਮੈਂਡਮੈਂਟ ਕਰਨੀ ਹੈ ਨਾ, ਸੰਵਿਧਾਨ ਵਿੱਚ ਕੁਝ ਬਿੱਲ ਪਏ ਹੋਏ ਨੇ ਸੰਸ਼ੋਧਨ ਹੋਣ ਵਾਸਤੇ, ਉਹ ਸਿਰਫ ਭਾਰਤ ਸਰਕਾਰ, ਮੋਦੀ ਗਵਰਨਮੈਂਟ ਹੀ ਕਰ ਸਕਦੀ ਹੈ, ਕੋਈ ਨਹੀਂ ਕਰ ਸਕਦੀ। ਉੱਥੇ ਹੀ ਇਸ ਦੌਰਾਨ ਵੱਡੀ ਗਿਣਤੀ 'ਚ ਠੱਗੀਆਂ ਦਾ ਸ਼ਿਕਾਰ ਹੋਏ ਨੌਜਵਾਨ ਤੇ ਹੋਰਨਾਂ ਲੋਕ ਵੀ ਮਨੀਸ਼ਾ ਗੁਲਾਟੀ ਨਾਲ ਮਿਲਣ ਲਈ ਪਹੁੰਚੇ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਪਤਨੀਆਂ ਵੀ ਉਹਨਾਂ ਦੇ ਨਾਲ ਲੱਖਾਂ ਦੀਆਂ ਠੱਗੀਆਂ ਕਰਕੇ ਵਿਦੇਸ਼ ਚਲੀਆਂ ਗਈਆਂ ਹਨ ਅਤੇ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ, ਪਰ ਹੁਣ ਉਹਨਾਂ ਨੂੰ ਮਨੀਸ਼ਾ ਗੁਲਾਟੀ ਰਾਹੀਂ ਇਨਸਾਫ ਮਿਲਣ ਦੀ ਆਸ ਹੈ। ਹੁਣ ਮਾਮਲੇ ਨੂੰ ਲੈ ਕੇ ਅੱਗੇ ਕੀ ਕਾਰਵਾਈ ਹੋਏਗੀ ਇਹ ਤਾਂ ਸਮਾਂ ਹੀ ਦੱਸੇਗਾ, ਪਰ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਵਪ੍ਰੀਤ ਸਿੰਘ ਦੀ ਸਗਾਈ 2018 ਚ ਬੇਅੰਤ ਕੌਰ ਨਾਲ ਹੋਈ ਸੀ, ਜਿਸ ਦੇ ਬਾਅਦ ਬੇਅੰਤ ਕੌਰ ਕੈਨੇਡਾ ਚਲੀ ਗਈ, ਜਿਸ ਦਾ ਸਾਰਾ ਖਰਚਾ ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ। ਇਸ ਦੇ ਬਾਅਦ 2019 ਚ ਲਵਪ੍ਰੀਤ ਸਿੰਘ ਦਾ ਵਿਆਹ ਬੇਅੰਤ ਕੌਰ ਨਾਲ ਹੋ ਗਿਆ, ਪਰ ਵਿਆਹ ਮਗਰੋਂ ਬੇਅੰਤ ਕੌਰ ਮੁੜ ਕੈਨੇਡਾ ਚਲੀ ਗਈ। ਇਸ ਦੌਰਾਨ ਉਸਨੇ ਲਵਪ੍ਰੀਤ ਤੋਂ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਉਸ ਨੂੰ ਕੈਨੇਡਾ ਬੁਲਾਉਣ ਸੰਬੰਧੀ ਟਾਲ ਮਟੋਲ ਕਰਨ ਲੱਗ ਪਈ। ਬਿਊਰੋ ਰਿਪੋਰਟ, ਜਗਬਾਣੀ ਟੀਵੀ। ਉਧਰ ਚੰਡੀਗੜ੍ਹ ਹੁਣ ਅਨਲੌਕ ਹੋਣਾ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਦੇ ਵਿੱਚ ਬਹੁਤ ਕੁਝ ਖੁੱਲਣਾ ਸ਼ੁਰੂ ਹੋ ਚੁੱਕਿਆ ਹੈ ਤੇ ਇਸੇ ਸੂਚੀ ਦੇ ਵਿੱਚ ਸਕੂਲ ਵੀ ਸ਼ਾਮਿਲ ਨੇ। 9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਨੇ। 19 ਜੁਲਾਈ ਤੋਂ ਸਕੂਲ ਜਿਹੜੇ ਖੋਲੇ ਜਾਣਗੇ। 19 ਜੁਲਾਈ ਤੋਂ ਕੋਚਿੰਗ ਸੈਂਟਰਾਂ ਨੂੰ ਵੀ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। 14 ਜੁਲਾਈ ਤੋਂ ਰੌਕ ਗਾਰਡਨ ਤੇ ਮਿਊਜ਼ੀਅਮ ਵੀ ਖੁੱਲਣਗੇ। ਸਿਨੇਮਾ ਹਾਲ ਅਤੇ ਸਪਾ ਸੈਂਟਰ ਨੂੰ ਖੋਲਣ ਦਾ ਵੀ ਫੈਸਲਾ ਲਿਆ ਗਿਆ ਹੈ। ਸਿਨੇਮਾ ਹਾਲ 50% ਦੀ ਸਮਰੱਥਾ ਦੇ ਨਾਲ ਖੋਲਣ ਦਾ ਫੈਸਲਾ ਲਿਆ ਗਿਆ ਹੈ। ਵਿਆਹ ਸਮਾਗਮਾਂ ਵਿੱਚ ਹੁਣ ਸ਼ਾਮਿਲ ਹੋ ਸਕਣਗੇ 200 ਲੋਕ। ਕੋਰੋਨਾ ਨਿਯਮਾਂ ਦਾ ਸਾਰਿਆਂ ਨੂੰ ਪਾਲਣ ਕਰਨਾ ਪਵੇਗਾ। ਚੰਡੀਗੜ੍ਹ 'ਚ ਹੁਣ ਖੁੱਲਣਗੇ ਸਕੂਲ। ਪ੍ਰਸ਼ਾਸਨ ਦੀ ਬਾਰੂਮ 'ਚ ਹੋਈ ਮੀਟਿੰਗ 'ਚ ਲਏ ਗਏ ਫੈਸਲੇ। 19 ਜੁਲਾਈ ਤੋਂ 9ਵੀਂ ਤੇ 12ਵੀਂ ਤੱਕ ਦੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦੇ ਆਦੇਸ਼। 19 ਜੁਲਾਈ ਤੋਂ ਹੀ ਕੋਚਿੰਗ ਸੈਂਟਰਾਂ ਦੀ ਖੋਲ੍ਹੇ ਜਾਣ ਦੀ ਵੀ ਤਿਆਰੀ ਸ਼ੁਰੂ।
14 ਜੁਲਾਈ ਤੋਂ ਰੌਕ ਗਾਰਡਨ ਤੇ ਮਿਊਜ਼ੀਅਮ ਵੀ ਖੁੱਲਣ ਦੇ ਆਦੇਸ਼। ਸਿਨੇਮਾ ਹਾਲ ਤੇ ਸਪਾ ਸੈਂਟਰ ਨੂੰ ਵੀ ਖੋਲਣ ਦਾ ਲਿਆ ਗਿਆ ਫੈਸਲਾ। ਸਿਨੇਮਾ ਹਾਲ 50% ਸਮਰੱਥਤਾ ਦੇ ਨਾਲ ਖੋਲਣ ਦਾ ਫੈਸਲਾ। ਵਿਆਹ ਸਮਾਰੋਹ ਵਿੱਚ ਹੁਣ ਸ਼ਾਮਲ ਹੋ ਸਕਣਗੇ 200 ਲੋਕ। ਕਰੋਨਾ ਨਿਯਮਾਂ ਦਾ ਸਾਰਿਆਂ ਨੂੰ ਹੀ ਕਰਨਾ ਹੋਵੇਗਾ ਪਾਲਣ। ਤੇ ਇਸ ਵੇਲੇ ਦੀ ਵੱਡੀ ਖਬਰ ਦੱਸ ਦਈਏ ਕਿ ਚੰਡੀਗੜ੍ਹ ਦੀ ਵਾਰ ਰੂਮ ਦੀ ਬੈਠਕ ਹੋਈ ਹੈ, ਜਿਸ ਦੇ ਵਿੱਚ ਹੁਣ ਸਕੂਲਾਂ ਨੂੰ ਖੋਲਣ ਦੇ ਆਦੇਸ਼ ਵੀ ਦੇ ਦਿੱਤੇ ਨੇ ਤੇ ਜਮਾਤਾਂ ਜਿਹੜੀਆਂ 9ਵੀਂ ਤੋਂ 12ਵੀਂ ਦੀਆਂ ਹਨ ਉਹਨਾਂ ਨੂੰ 19 ਜੁਲਾਈ ਤੋਂ ਸੁਚਾਰੂ ਕਰ ਦਿਆ ਜਾਏਗਾ। ਤੇ ਇਸ ਦੇ ਨਾਲ ਹੀ ਰੌਕ ਗਾਰਡਨ ਤੇ ਮਿਊਜ਼ੀਅਮ ਜਿੰਨੇ ਵੀ ਚੰਡੀਗੜ੍ਹ 'ਚ ਨੇ ਉਹਨਾਂ ਨੂੰ 14 ਜੁਲਾਈ ਤੋਂ ਖੋਲ ਦਿੱਤਾ ਜਾਏਗਾ। ਇਸ ਦੇ ਨਾਲ ਹੀ ਸਪਾ ਸੈਂਟਰ ਤੇ ਸਿਨੇਮਾ ਹਾਲ ਜਿਹੜੇ ਨੇ ਉਹਨਾਂ ਨੂੰ ਖੋਲਣ ਦਾ ਵੀ 50% ਸਮਰੱਥਤਾ ਦੇ ਨਾਲ ਆਦੇਸ਼ ਦੇ ਦਿੱਤਾ ਗਿਆ ਤੇ ਫੈਸਲਾ ਲਿਆ ਗਿਆ। ਤੇ ਇਹਦੇ ਨਾਲ ਹੀ ਵਿਆਹ ਸਮਾਰੋਹ ਦੇ ਵਿੱਚ 200 ਲੋਕ ਜਿਹੜੇ ਨੇ ਉਹ ਬੈਠ ਸਕਦੇ ਨੇ ਤੇ ਚੰਡੀਗੜ੍ਹ ਦੀ ਬਾਰ ਰੂਮ ਦੀ ਬੈਠਕ ਦੇ ਵਿੱਚ ਇਹ ਅਹਿਮ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ। ਪ੍ਰਦਰਸ਼ਨ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਆ, ਕੋਈ ਸੜਕਾਂ ਤੇ ਉਤਰਦਾ ਤੇ ਕੋਈ ਟੈਂਕੀਆਂ ਤੇ ਚੜ ਜਾਂਦਾ ਹੈ, ਪਰ ਚੰਡੀਗੜ੍ਹ ਦੇ ਵਿੱਚ ਮਹਿਲਾ ਕਾਂਗਰਸ ਵਰਕਰਸ ਨੇ ਇੱਕ ਵੱਖਰੇ ਜਿਹੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ। ਵੱਧਦੀ ਮਹਿੰਗਾਈ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਸੈਕਟਰ 17 ਦੇ ਵਿੱਚ ਸਬਜ਼ੀ ਵੇਚ ਕੇ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਮਹਿੰਗਾਈ ਦਾ ਵਿਰੋਧ ਕਰਦੇ ਹੋਏ ਪੀਐਮ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਵਧੀ ਹੋਈ ਮਹਿੰਗਾਈ ਨੂੰ ਲੈ ਕੇ ਕਾਂਗਰਸ ਵੱਲੋਂ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਇਸੇ ਕੜੀ ਦੇ ਚਲਦਿਆਂ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 17 ਨਗਰ ਨਿਗਮ ਦਫ਼ਤਰ ਤੋਂ ਬਾਹਰ ਮਹਿਲਾ ਕਾਂਗਰਸ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦਰਮਿਆਨ ਮਹਿਲਾ ਹੱਥਾਂ 'ਚ ਥਾਲੀਆਂ ਲੈ ਕੇ ਉਹਨਾਂ ਨੂੰ ਵਜਾਉਂਦੀਆਂ ਹੋਈਆਂ ਨਜ਼ਰ ਆਈਆਂ। ਸਾਰੀਆਂ ਹੀ ਮਹਿਲਾਵਾਂ ਸਬਜ਼ੀ ਵੇਚਦੇ ਹੋਏ ਇੱਥੇ ਦਿਸੀਆਂ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹੋਰਡਿੰਗ ਵੀ ਸੀਗੇ ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਮੋਦੀ ਬਚਾਓ ਦੇਸ਼ ਬਚਾਓ ਤੇ ਦੇ ਨਾਲ ਹੋਰ ਵੀ ਕਈ ਸ਼ਬਦਾਂ ਨਾਲ ਮਹਿੰਗਾਈ ਦੇ ਖਿਲਾਫ ਰੋਸ ਜਤਾਇਆ ਜਾ ਰਿਹਾ ਸੀ। ਇਹਨਾਂ ਮਹਿਲਾਵਾਂ ਦਾ ਕਹਿਣਾ ਸੀ ਕਿ ਦੇਸ਼ ਦੇ ਵਿੱਚ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਇਸ ਕਾਰਨ ਡੀਜ਼ਲ ਤੇ ਪੈਟਰੋਲ ਤੇ ਰਸੋਈ ਗੈਸ ਦੇ ਦਾਮ ਬਹੁਤ ਵੱਧ ਚੁੱਕੇ ਹਨ। ਦਿਨ ਬ ਦਿਨ ਪੈਟਰੋਲ ਤੇ ਡੀਜ਼ਲ ਦੇ ਰੇਟ ਇੰਨੇ ਵੱਧਦੇ ਜਾ ਰਹੇ ਹਨ ਕਿ ਮਹਿੰਗਾਈ 7ਵੇਂ ਆਸਮਾਨ ਤੇ ਪਹੁੰਚ ਚੁੱਕੀ ਹੈ ਤੇ ਹਰ ਗ੍ਰਹਿਣੀ ਨੂੰ ਵੀ ਆਪਣਾ ਘਰ ਚਲਾਉਣਾ ਔਖਾ ਹੋਇਆ ਪਿਆ ਤੇ ਕਰੋਨਾ ਤੇ ਲੋਕਡਾਊਨ ਦੇ ਵਿੱਚ ਕਈ ਲੋਕ ਨੌਕਰੀਆਂ ਵੀ ਗਵਾ ਚੁੱਕੇ ਹਨ। ਇਹੋ ਦੇ ਵਿੱਚ ਬੇਰੁਜ਼ਗਾਰੀ ਵੀ ਵੱਧ ਚੁੱਕੀ ਹੈ, ਪਰ ਲਗਾਤਾਰ ਜਿੱਥੇ ਮਹਿੰਗਾਈ ਵੱਧਦੀ ਜਾ ਰਹੀ ਹੈ ਉਹ ਲੋਕਾਂ ਲਈ परेशानी ਦਾ विषय बन चुका है। चंडीगढ़ महिला कांग्रेस की तरफ से आज हम लोग सड़कों के ऊपर सब्जियां बेचने पे मजबूर हो गए हैं। यहाँ पे जितनी महिलाएं बैठी हैं वो सारी प्रोफेशनल हैं। कोई ऑफिस में जॉब कर रही है, कोई टीचर है, कोई लेक्चरर है, कोई डॉक्टर है, कोई प्रोफेसर है, कोई वकील है। लेकिन महामारी के अंदर कोविड के चलते हुए हमारी किस तरीके से नौकरियां चली गई, उसको लेते हुए बेरोजगार हो गए। एक हस्बैंड से की पॉकेट से घर का खर्च नहीं चल रहा क्योंकि पेट्रोल डीजल हर तरीके की महंगाई इतनी ज़्यादा हो चुकी है। हम लोग आज सड़कों के ऊपर हैं। हमने सोचा कि सब्जी तो एक ऐसी चीज़ है जो हर व्यक्ति की ज़रूरत की साधन है, लेकिन आज हम यहाँ सब्जी लेके बैठे हुए हैं। एक भी ग्राहक अभी तक सुबह से नहीं आया और जिसको भी हम कह रहे हैं कि भाई सब्जी ले जाओ, वो व्यक्ति कहता है जी मैं तो दाल चावल खा के अपना गुजारा कर लूँगा, मैं इतनी महंगी सब्जी नहीं ले सकता। अब आप हमें बताइए कि हम कहाँ जाएं? ना हमारा रोजगार रहा, ना हमें सब्जी बेचने के लिए कोई ग्राहक आ रहा है। और दूसरा ये एमसी ऑफिस वाले जो के यादव जी हैं, हम लोग ये कहते हैं कि आप वेंडर्स अगर नहीं दोगे हमें फीस तो आपको आपका लाइसेंस जो है वो कैंसिल कर दिया जाएगा। मुझे ये बताओ, आज हम सड़क के ऊपर हैं, वेंडर्स बने हुए हैं। वेंडर्स हम जब कमाई नहीं कर रहे तो हम आपको क्या दें? भूख मरी हुई है। आप मुझे ये बताएं कि आपने कोरोना में कौन सा पैकेज हम लोगों के लिए दिया जो आप हमसे 3-3 हज़ार रुपया 2-2 हज़ार रुपया लाइसेंस फीस मांग रहे हो? शर्म आती है ये कहते हुए मोदी सरकार। ये बीजेपी का एक अखाड़ा बन चुका है अंदर नगर निगम। किस तरीके से इन्होंने लोगों के साथ वेंडर्स के साथ धोखा दिया और उनको आज ये मजबूर कर रहे हैं कि हम तुम्हारा लाइसेंस कैंसिल कर देंगे। चंडीगढ़ महिला प्रदेश की तरफ से मोदी जी को ये बताना चाहते हैं कि आम जो गृहिणी है वो कितनी मुश्किलों से गुजर रही है इस टाइम। हम लोग सारे ही मिडिल क्लास से बिलोंग करते हैं। हमारा ये संदेश मोदी जी तक पहुंचना चाहिए कि ये सब्जी के रेट, पेट्रोल के रेट, आपने हर चीज़ के रेट बढ़ा के आपने आम जनता को बिल्कुल इस टाइम पे ज़मीन पे ला दिया है। उनको आपने ये घर में जो चूल्हा जलता है, तेल इतना महंगा करके जो घर में चूल्हा जल के है, उनके भी आसार अब ख़त्म होते नज़र आ रहे हैं कि अब घर की गृहणियाँ चूल्हा भी जलाने के टाइम पे सोचती हैं
कहीं गैस ना ख़त्म हो जाए, कहीं हमारा राशन कहाँ से आएगा या हम खर्चे कहाँ से करेंगे, क्योंकि घर में अगर हम सिर्फ सब्जियों का देखें, गैस का देखें, बच्चे भी पढ़ाने हैं, बाकी काम भी करने हैं, बाकी कहाँ से चलेगा। तो हमारा मोदी जी को ये संदेश है, इन चीज़ों के दाम कम करो ताकि ये जो देश है जैसे पहले चल रहा था वैसे ही चले। हमें मोदी जी के अच्छे दिन नहीं चाहिए। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 17 ਦੇ ਨਗਰ ਨਿਗਮ ਦਫ਼ਤਰ ਦੇ ਬਾਹਰ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਅਧਿਕਸ਼ ਦੀਪਾ ਦੂਬੇ ਦੀ ਅਗਵਾਈ ਦੇ ਹੇਠਾਂ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਸਕੂਲ ਫੀਸ ਨੂੰ ਲੈ ਕੇ ਲਗਾਤਾਰ ਵਿਰੋਧ ਹੁੰਦਾ ਆਇਆ ਹੈ ਤੇ ਇੱਕ ਵਾਰ ਫਿਰ ਤੋਂ ਪੈਰੈਂਟਸ ਨੇ ਵਿਰੋਧ ਕੀਤਾ ਹੈ, ਪ੍ਰਦਰਸ਼ਨ ਕੀਤਾ ਸਕੂਲ ਦੀਆਂ ਵਾਧੀਆਂ ਫੀਸਾਂ ਨੂੰ ਲੈ ਕੇ। ਉਹਨਾਂ ਦਾ ਕਹਿਣਾ ਹੈ ਕਿ ਟੀਚਰਸ ਤੇ ਸਕੂਲ ਵੱਲੋਂ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਵਾਰ-ਵਾਰ ਕਿਹਾ ਜਾਂਦਾ ਹੈ ਕਿ ਫੀਸ ਭਰੀ ਜਾਵੇ। ਵਧੀ ਹੋਈ ਸਕੂਲ ਦੀ ਫੀਸ ਨੂੰ ਲੈ ਕੇ ਮਾਪੇ ਲਗਾਤਾਰ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ ਤੇ ਇਸ ਨੂੰ ਲੈ ਕੇ ਥਾਂ-ਥਾਂ ਪ੍ਰਦਰਸ਼ਨ ਵੀ ਕਰ ਰਹੇ ਹਨ। ਹੁਣ ਚੰਡੀਗੜ੍ਹ ਦੇ ਸੈਕਟਰ 41 ਦੇ ਸਿਵਾਲਿਕ ਸਕੂਲ ਦੇ ਬਾਹਰ ਮਾਪਿਆਂ ਵੱਲੋਂ ਵਧੀ ਹੋਈ ਫੀਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਪ੍ਰਦਰਸ਼ਨ ਦੇ ਵਿੱਚ ਕਈ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਸ਼ਾਮਿਲ ਹੋਏ, ਜਿਨ੍ਹਾਂ ਦਾ ਕਹਿਣਾ ਸੀ ਕਿ ਮਾਪੇ ਤੇ ਬੱਚੇ ਲਗਾਤਾਰ ਟੀਚਰਾਂ ਵੱਲੋਂ ਤੰਗ ਕੀਤੇ ਜਾ ਰਹੇ ਹਨ ਤੇ ਵਾਰ-ਵਾਰ ਫੀਸ ਜਮ੍ਹਾਂ ਕਰਵਾਉਣ ਦੇ ਲਈ ਫੋਨ ਕਾਲ ਤੇ ਮੈਸੇਜ ਵੀ ਭੇਜੇ ਜਾ ਰਹੇ ਹਨ ਤੇ ਪਰੇਸ਼ਾਨ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਕਰੋਨਾ ਤੇ ਲੋਕਡਾਊਨ ਦੇ ਬਾਅਦ ਉਹਨਾਂ ਦਾ ਬੁਰਾ ਹਾਲ ਹੈ, ਉਹਨਾਂ ਦਾ ਬਿਜ਼ਨਸ ਵੀ ਠੱਪ ਹੈ, ਜਿਸ ਦੇ ਬਾਵਜੂਦ ਵੀ ਸਕੂਲ ਦੇ ਐਨੂਅਲ ਫੀਸ ਵਧਾ ਦਿੱਤੀ ਹੈ ਤੇ ਉਹਨਾਂ ਨੂੰ ਟੀਚਰ ਕਈ ਵਾਰ ਕਾਲ ਕਰਕੇ ਫੀਸ ਜਮ੍ਹਾਂ ਕਰਵਾਉਣ ਦੀ ਗੱਲ ਕਹਿੰਦੇ ਹਨ। ਹੁਣ ਇਸੇ ਤੇ ਚਲਦਿਆਂ ਸਾਰੇ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਹੱਥਾਂ 'ਚ ਹੋਰਡਿੰਗ ਲੈ ਕੇ ਆਪਣਾ ਰੋਸ ਜਤਾਇਆ ਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਸਿੱਖਿਆ ਸਭ ਦਾ ਅਧਿਕਾਰ है तो शिक्षा कोई व्यापार नहीं। सर देखो, डिप्रेशन में तो बच्चे जाते ही हैं, बच्चों को होता है कि मेरा नाम कट जाएगा, स्कूल नहीं पढ़ाएंगे मैडम, ठीक है। मेरी तो बस हमारी सबकी यही रिक्वेस्ट है स्कूल एडमिनिस्ट्रेशन से कि हम जो एडमिशन फीस एनुअल चार्जेस है, देखो ना बच्चा आ रहा है, ना इलेक्ट्रिसिटी यूज़ हो रही है, ठीक है, ना ही कोई किसी तरह का भी कुछ भी नहीं हो रहा, ठीक है। इलेक्ट्रिसिटी जो यूज़ हो रही है हमारी हो रही है, बल्कि हमारे खर्चे उल्टा बढ़ गए हैं। नेट का खर्चा, मोबाइल लेके 2 खर्चा, ठीक है, 2 बच्चे अब 2 मोबाइल लें, 2 नेट दें। तो ऐसा हम ये रिक्वेस्ट करेंगे कि आप एक तो जो बड़ी फ़ीस है वो मत लो और एनुअल चार्जेस मत लो, बाकी रेस्ट ऑफ जो फीस है वो हम देने के लिए तैयार है। हम ये नहीं कह रहे हमने फ़ीस नहीं देनी। हम यही कहना चाहते हैं कि जैसे इन्होंने पिछले साल जो फ़ी लिया था, ठीक है ना, वही लें, और जो इन्होंने बढ़ोतरी की है फ़ी में वो वापस लें, ठीक है, और एनुअल चार्जेस जो इन्होंने लगाया है वो भी वापस लें। ये कि एक तो फीस बढ़ रखी है, ठीक है। फीस हम पेरेंट्स के लिए देना मुश्किल है क्योंकि कोरोना का चक्कर है। कोरोना के चक्कर में हमारा बिजनेस बिल्कुल ठप हो गया है। एक हमारे को रोटी खाने की मुश्किल हो रही है। फीस हम भर सकते हैं मगर एडमिशन फीस जो ये ले रहे हैं बेफालतू का, वो ये लोग ना ले, वो हम ये रिक्वेस्ट कर रहे हैं क्योंकि हमारे लिए वो प्रॉब्लम है। मैं अपने बेटी की फ़ीस भर चुकी हूँ क्योंकि वो +1 कॉमर्स में है, इसलिए क्योंकि बच्चों की पढ़ाई भी ज़रूरी है। अगर हमने फ़ीस भरी है तो उसमें भी इनको एडजस्टमेंट करनी चाहिए और फ़ीस इनको कम करनी चाहिए। सरकार ने जब बोला एडमिशन फ़ीस नहीं लेनी है तो ये लोग क्यों ले रहे हैं, और बच्चों के साथ में ये बहुत ज़्यादा बुरा बर्ताव भी करते हैं। मैं यही कहना चाहती हूँ कि ये लोग हमारी फ़ीस कम करें। तो पंजाब में मोहाली और पटियाला और नवांशहर में इनका स्कूल है। नवांशहर और पटियाला का फ़ीस बहुत ही कम है और इधर शिवालिक की 2 साल से एडमिशन फ़ीस नहीं ली है इन लोगों ने। उसमें लिखा हुआ आता है एडमिशन फ़ीस नहीं ली है, पर ये लोग हम लोगों से हर साल एडमिशन फ़ीस भी लेते हैं और वो भी लेते हैं, बढ़ाते भी हैं, हर साल बढ़ती है। चलो बढ़ रही है फ़ीस हम ठीक है, पर एडमिशन फ़ीस तो कम करें, 5,000 7,000 कर लेते। जिन इन्होंने एडमिशन फ़ीस भी लेनी थी तो 5,000 ले लेते। 10,000 लेने का क्या मतलब है? अब जिनके 2 बच्चे पढ़ रहे हैं या 3 बच्चे पढ़ रहे हैं उनके लिए देना कितना मुश्किल है। ਪਰ ਵੇਖਣਾ ਹੋਏਗਾ ਕਿ ਹੁਣ ਇਸ ਸੰਬੰਧ ਦੇ ਵਿੱਚ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਕੀ ਕੁਝ ਕਦਮ ਚੁੱਕਦਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਚੰਡੀਗੜ੍ਹ ਪੁਲਿਸ ਨੇ ਇੱਕ ਅਜਿਹੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਬਦਮਾਸ਼ਾਂ ਦੇ ਸੰਪਰਕ ਦੇ ਵਿੱਚ ਆਏ ਸੀ ਤੇ ਉਹਨਾਂ ਨੂੰ ਹਥਿਆਰ ਵੀ ਸਪਲਾਈ ਕਰ ਰਹੇ ਸੀ। ਪੁਲਿਸ ਨੇ ਇਹਨਾਂ ਕੋਲੋਂ ਅਵੈਧ ਹਥਿਆਰ ਵੀ ਬਰਾਮਦ ਕੀਤੇ ਨੇ। ਪੇਸ਼ ਹੈ ਰਿਪੋਰਟ। ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਗੈਂਗਸਟਰਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਿਸਟਲ ਸਪਲਾਈ ਕਰਨ ਵਾਲੇ ਦੰਪਤੀ ਨੂੰ ਚੰਡੀਗੜ੍ਹ ਆਪਰੇਸ਼ਨ ਸੈੱਲ ਦੀ ਟੀਮ ਵੱਲੋਂ ਅਵੈਧ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਫੜੇ ਗਏ ਆਰੋਪੀ ਦੰਪਤੀ ਦੀ ਪਹਿਚਾਣ ਚੰਡੀਗੜ੍ਹ ਦੇ ਸੈਕਟਰ 25 ਦੇ ਰਹਿਣ ਵਾਲੇ ਰਾਹੁਲ ਉਰਫ ਸੱਬੂ ਤੇ ਹੀਨਾ ਦੇ ਤੌਰ ਤੇ ਹੋਈ ਹੈ। ਪੁਲਿਸ ਵੱਲੋਂ ਦੋਨਾਂ ਦੇ ਕੋਲੋਂ 9mm ਦਾ ਪਿਸਟਲ ਤੇ 32mm ਦਾ ਪਿਸਟਲ ਸਣੇ 10 ਜਿੰਦਾ ਕਾਰਤੂਸ ਬਰਾਮਦ ਹੋਏ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਆਪਰੇਸ਼ਨ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਤੇ ਉਸ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਦੋਨਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵੇਲੇ 3642 ਦੀ ਵਿਵਾਦਿਤ ਸੜਕਾਂ ਤੋਂ ਨਿਕਲਣ ਦੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ਤੇ ਕਾਰਵਾਈ ਕਰਕੇ ਪੁਲਿਸ ਨੇ ਨਾਕਾ ਲਗਾ ਕੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸੇ ਦਰਮਿਆਨ ਕਾਰ ਚਾਲਕ ਨੂੰ ਰੋਕ ਕੇ ਤਲਾਸ਼ੀ ਲਿੱਤੀ ਗਈ ਤੇ ਇਹਨਾਂ ਦੋਹਾਂ ਦੀਆਂ ਸੀਟਾਂ ਦੇ ਵਗਲ 'ਚੋਂ ਹਥਿਆਰ ਬਰਾਮਦ ਹੋਏ, ਜਿਸ ਤੋਂ ਬਾਅਦ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਦੋਨਾਂ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ ਤੇ ਆਰੋਪੀਆਂ ਨੂੰ ਭੇਜ ਦਿੱਤਾ। ये 10 तारीख को ऑपरेशन सेल ने 36 और 42 पे मार्केट अटावा टर्न के पास एक नाका लगा रखा था और चेकिंग के दौरान उन्होंने एक सस्पेक्टेड जो व्हीकल एक्टिवा एसेंट कार थी उसको रोका और उस पे नाके पे ही वहाँ पे जब उनको उन लोगों को रोका तो वहाँ से एक कंट्री मेड पिस्टल और 5 लाइव कार्ट्रिज उनसे मिले और ये .32 बोर का पिस्टल था और लाइव कार्ट्रिज थे और ये हस्बैंड वाइफ है। इनका नाम बाद में पता चला कि राहुल है, ये सेक्टर 25 का रहने वाला है। उम्र इसकी कोई 24 साल के करीब और इसकी जो वाइफ है वो हिना है और वो भी 24 साल की ही है। तो ये इसका कोई वैलिड लाइसेंस वगैरह नहीं दिखा सके तो इनके खिलाफ फिर FIR दर्ज करके कार्रवाई करेगी। इनका रिमांड लिया है और अंडर इन्वेस्टिगेशन है। ये किसी को सप्लाई करते थे और इस तरह की चीज़ में इन्वॉल्व थे और बाकी इंटेरोगेशन के दौरान इसका पता किया जा रहा है। ਫਿਲਹਾਲ ਪੁਲਿਸ ਵੱਲੋਂ ਫੜੇ ਗਏ ਦੰਪਤੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਕੋਈ ਵੱਡਾ ਖੁਲਾਸਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਹਦੇ ਡੇਰਾਬੱਸੀ ਦੇ ਵਿੱਚ ਹੁਣ ਡਾਕਟਰਸ ਹੜਤਾਲ ਤੇ ਉਤਰ ਆਏ ਨੇ। ਉਹਨਾਂ ਦੇ OPDs ਹੈਗੇ ਨੇ ਜਿਹੜੇ ਉਹ ਬੰਦ ਕਰ ਦਿੱਤੇ ਨੇ ਤੇ ਸਿਰਫ ਐਮਰਜੈਂਸੀ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਚੱਲ ਰਿਹਾ ਹੈ। ਡਾਕਟਰਸ ਦਾ ਕਹਿਣਾ ਹੈ ਕਿ 6ਵਾਂ ਪੇ ਕਮਿਸ਼ਨ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜਿੰਨਾ ਸਮਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਸਮਾਂ ਹੜਤਾਲ ਜਾਰੀ ਰਹੇਗੀ। पेशेंट को तकलीफ देख के सानू भी तकलीफ हो रही है, भी पेशेंट को दिक्कत आ रही है। ਡੇਰਾਬੱਸੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਇਸ ਹੜਤਾਲ ਦਾ ਕਾਰਨ ਸਰਕਾਰ ਵੱਲੋਂ ਆਸ਼ਵਾਸਨ ਦਿੱਤੇ ਜਾਣ ਮਗਰੋਂ ਫਿਕਸ ਪੇ ਕਮਿਸ਼ਨ ਦੀ ਏਵਜ਼ ਤੇ ਸੈਲਰੀ ਵਧਾਉਣ ਦੇ ਬਜਾਏ MPA 25% ਤੋਂ ਘਟਾ ਕੇ 20% ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਭਾਰੀ ਰੋਸ ਹੈ। ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਹੜਤਾਲ ਦੇ ਚਲਦਿਆਂ ਇੱਥੇ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਡੇਰਾਬੱਸੀ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਸਾਰੀਆਂ ਹੀ OPDs ਬੰਦ ਕਰ ਦਿੱਤੀਆਂ ਹਨ ਤੇ ਸਿਰਫ ਐਮਰਜੈਂਸੀ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਹੀ ਦੇਖ-ਰੇਖ ਹੋ ਰਹੀ ਹੈ। ਇਸੇ ਬਾਰੇ ਵੱਧ ਜਾਣਕਾਰੀ ਸਾਂਝਾ ਕਰਦੇ ਹੋਏ ਡੇਰਾਬੱਸੀ ਦੇ ਡਾਕਟਰ ਸੰਦੀਪ ਨੇ ਦੱਸਿਆ ਕਿ 6ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੇ ਲਈ ਸਰਕਾਰ ਨੇ 6 ਪੇ ਕਮਿਸ਼ਨ ਨੂੰ ਲਾਗੂ ਨਹੀਂ ਕੀਤਾ ਤੇ ਜਿਸ ਵਜੋਂ ਡਾਕਟਰਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਅਸੀਂ ਸਾਨੂੰ 6ਵਾਂ ਪੇ ਕਮਿਸ਼ਨ ਸਰਕਾਰ ਨੇ ਦੇਣਾ ਸੀ ਤੇ ਜਿਸ 'ਚ ਸਾਨੂੰ ਸੈਲਰੀਜ਼ ਵਧਣ ਦੀ ਆਸ ਸੀ ਤੇ ਬਾਕੀ ਸਟੇਟਾਂ ਨੇ ਤੇ ਸੈਂਟਰ ਨੇ ਵੀ ਦਿੱਤਾ ਔਰ ਕਾਫੀ ਰਾਈਜ਼ ਦਿੱਤੀ ਹੈ, ਪਰ ਸਰਕਾਰ ਨੇ ਸਾਡੀ ਸੈਲਰੀ ਵਧਾਉਣ ਦੇ ਬਜਾਏ ਸਾਡਾ NPA 25% ਤੋਂ 20% ਕਰਤਾ ਤੇ ਬੇਸਿਕ ਪਾਰਟ ਪੇ ਤੋਂ ਵੀ ਡੀਲਿੰਕ ਕਰਤਾ ਤੇ ਅਸੀਂ ਇਹਦੇ ਖਿਲਾਫ ਅਸੀਂ ਸਰਕਾਰ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਪਰ ਕੀਤਾ ਕੁਝ ਨਹੀਂ, ਇਸ ਕਰਕੇ ਅਸੀਂ ਸਟ੍ਰਾਈਕ ਆਪਣੀ ਇਸ ਬਾਰੇ ਕੀਤੀ। ਸਾਨੂੰ ਵੀ ਪੇਸ਼ੈਂਟ ਨੂੰ ਤਕਲੀਫ 'ਚ ਦੇਖ ਕੇ ਸਾਨੂੰ ਵੀ ਤਕਲੀਫ ਹੋ ਰਹੀ ਹੈ, ਵੀ ਪੇਸ਼ੈਂਟ ਨੂੰ ਦਿੱਕਤ ਆ ਰਹੀ ਹੈ, ਪਰ ਅਸੀਂ ਜਿਹੜੀ ਸਾਡੀ ਐਮਰਜੈਂਸੀ ਸਰਵਿਸਿਜ਼ ਹੈ, ਪ੍ਰੈਗਨੈਂਟ ਲੇਡੀਜ਼ ਦੀ ਸਰਵਿਸਿਜ਼ ਹੈ, ਕੋਵਿਡ ਰਿਲੇਟਡ ਚਾਹੇ ਉਹ ਵੈਕਸੀਨ ਹੈ, ਚਾਹੇ ਟੈਸਟਿੰਗ ਹੈ, ਚਾਹੇ ਉਹਨਾਂ ਦਾ ਟ੍ਰੀਟਮੈਂਟ ਹੈ ਜਾਂ ਹੋਰ ਜਿਹੜੇ ਕੋਈ ਮੈਡੀਕਲ ਲੀਗਲ ਜਾਂ ਕੋਈ ਹੋਰ ਇਸ਼ੂਜ਼ ਹੈ ਜਿਹੜੇ ਗਵਰਨਮੈਂਟ ਇੰਪੋਰਟੈਂਟ, ਅਸੀਂ ਉਹਨਾਂ ਤੇ ਕੋਈ ਇਫੈਕਟ ਨਹੀਂ ਆਉਣ ਦੇ ਰਹੇ, ਅਸੀਂ ਉਹ ਸਾਰਾ ਪ੍ਰੋਵਾਈਡ ਕਰ ਰਹੇ ਹਾਂ। ਪਰ ਸਰਕਾਰ ਹੀ ਨਹੀਂ ਚਾਹੁੰਦੀ। ਸਰਕਾਰ ਸਾਨੂੰ ਇਹ ਜਿਹੜਾ ਸਰਕਾਰ ਨੇ ਸਟੈਪ ਚੁੱਕਿਆ ਇਹਦੇ ਨਾਲ ਸਾਰਾ ਹੈਲਥ ਸਟਾਫ ਡੀਮੋਰਲਾਈਜ਼ ਹੋ ਚੁੱਕਿਆ ਐਂਡ ਪਰ ਫਿਰ ਵੀ ਅਸੀਂ ਸਾਨੂੰ ਮਰੀਜ਼ਾਂ ਨਾਲ ਸਾਨੂੰ ਸਰਕਾਰ ਨਾਲੋਂ ਜ਼ਿਆਦਾ ਸਾਨੂੰ ਮਤਲਬ ਪੂਰੀ ਹਮਦਰਦੀ ਹੈ ਵੀ ਅਸੀਂ ਉਹਨਾਂ ਦਾ
ਉਹਨਾਂ ਨੂੰ ਤਕਲੀਫ ਹੋ ਰਹੀ ਹੈ। ਐਮਰਜੈਂਸੀ 'ਚ ਸਾਰੇ ਹਰ ਤਰ੍ਹਾਂ ਦੇ ਮਰੀਜ਼ ਹੈ, ਜਿਹਨੂੰ ਵੀ ਲੋੜ ਹੈ ਅਸੀਂ ਉਹਨੂੰ ਪੂਰੀ ਸਹਾਇਤਾ, ਪੂਰਾ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ। ਉਹ ਚਾਹੇ ਐਮਰਜੈਂਸੀ, ਚਾਹੇ ਫੀਮੇਲ ਪ੍ਰੈਗਨੈਂਸੀ ਹੋਏ, ਚਾਹੇ ਡਿਲੀਵਰੀ ਹੋਏ, ਚਾਹੇ ਸਜੇਰੀਅਨ ਹੋਏ, ਕੋਈ ਟਰਾਮਾ ਹੈ, ਪੋਸਟਮਾਰਟਮ ਹੈ, ਉਹ ਸਾਰੀ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਦੱਸ ਦਈਏ ਕਿ ਡੇਰਾਬੱਸੀ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਸਟ੍ਰਾਈਕ ਦੇ ਚੱਲਦਿਆਂ ਓਪੀਡੀ ਦੇ ਵਿੱਚ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਜਿੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਸ਼ਨੀਵਾਰ ਤੇ ਐਤਵਾਰ ਨੂੰ ਓਪੀਡੀ ਬੰਦ ਹੋਣ ਕਾਰਨ ਹੁਣ ਸੋਮਵਾਰ ਨੂੰ ਖੁੱਲ੍ਹਣੀ ਸੀ, ਪਰ ਡਾਕਟਰਾਂ ਦੀ ਸਟ੍ਰਾਈਕ ਦੇ ਚੱਲਦਿਆਂ ਓਪੀਡੀ ਬੰਦ ਪਈ ਹੈ ਤੇ ਮਰੀਜ਼ਾਂ ਨੂੰ ਹੜਤਾਲ ਦੀ ਜਾਣਕਾਰੀ ਨਾ ਹੋਣ ਕਰਕੇ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਦੂਜੇ ਪਾਸੇ ਵੇਖਣਾ ਹੋਏਗਾ ਕਿ ਹੁਣ ਇਸ ਸੰਬੰਧ ਦੇ ਵਿੱਚ ਸਰਕਾਰ ਕੀ ਕਦਮ ਚੁੱਕਦੀ ਹੈ। ਜਗਬਾਣੀ ਟੀਵੀ ਲਈ ਡੇਰਾਬੱਸੀ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਹੁਣ ਗੱਲ ਕਰਦੇ ਹਾਂ ਕੋਰੋਨਾ ਅਪਡੇਟ ਦੀ। ਤਾਂ ਵਾਰ-ਵਾਰ ਤੁਹਾਨੂੰ ਇੱਕ ਹੀ ਗੱਲ ਕਹਿੰਦੇ ਹੈਗੇ ਆ ਕਿ ਬੇਸ਼ੱਕ ਕੋਰੋਨਾ ਦੇ ਮਾਮਲੇ ਘਟ ਰਹੇ ਨੇ, ਪਰ ਖਤਰੇ ਦੀ ਘੰਟੀ ਲਗਾਤਾਰ ਵੱਜ ਰਹੀ ਹੈਗੀ ਹੈ। ਸਾਨੂੰ ਸਤਰਕ ਤੇ ਸਾਵਧਾਨ ਰਹਿਣ ਦੀ ਲੋੜ ਹੈਗੀ ਹੈ ਤਾਂ ਕਿ ਕੋਰੋਨਾ ਦੀ ਤੀਜੀ ਲਹਿਰ ਨਾ ਆਵੇ ਤੇ ਅਸੀਂ ਸੁਰੱਖਿਅਤ ਰਹਿ ਸਕੀਏ। ਤੇ ਅੱਜ ਦੇ ਜੇ ਮੋਹਾਲੀ ਤੇ ਚੰਡੀਗੜ੍ਹ ਦੇ ਕੋਰੋਨਾ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਕੁੱਲ 8 ਨਵੇਂ ਕੇਸ ਸਾਹਮਣੇ ਆਏ ਨੇ। 6 ਕੇਸ ਮੋਹਾਲੀ ਤੇ 2 ਚੰਡੀਗੜ੍ਹ 'ਚੋਂ ਦਰਜ ਕੀਤੇ ਗਏ ਨੇ। ਅੱਜ ਸਾਰੇ ਲੋਕ ਸੁਰੱਖਿਅਤ ਨੇ, ਮੌਤ ਕੋਈ ਵੀ ਦਰਜ ਨਹੀਂ ਕੀਤੀ ਗਈ। ਹੁਣ ਤੱਕ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ 1865 ਮੌਤਾਂ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚੋਂ 1056 ਮੋਹਾਲੀ ਤੇ 809 ਮੌਤਾਂ ਚੰਡੀਗੜ੍ਹ ਵਿੱਚ ਦਰਜ ਕੀਤੀਆਂ ਗਈਆਂ। ਹੁਣ ਗੱਲ ਮੌਸਮ ਦੀ ਵੀ ਕਰ ਲੈਣੇ ਹੈਗੇ ਆ। ਬੀਤੇ ਦਿਨੀ ਥੋੜਾ ਜਿਹਾ ਮੀਂਹ ਪਿਆ ਤਾਂ ਉਸ ਦੇ ਨਾਲ ਰਾਹਤ ਜ਼ਰੂਰ ਮਿਲੀ ਸੀ, ਪਰ ਫਿਰ ਅੱਜ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ। ਅੱਜ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਘੱਟੋ ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਮੀ 76% ਰਹੀ। ਤਾਂ ਇਸ ਬੁਲੇਟਿਨ ਦੇ ਵਿੱਚ ਬਸ ਨਹੀਂ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।